ਇਹ ਸਫ਼ਰ ਸ਼ਹਾਦਤ ਦਾ ਬੜਾ ਅਨੋਖਾ, ਤੁਰਨਾ ਇਹਨਾਂ ਰਾਵਾਂ ਤੇ ਬੜਾ ਹੀ ਔਖਾ। ਉਹ ਪੈਂਡਾ ਜਿਹੜਾ ਜ਼ਿੰਦਗੀ ਦੇ ਪਿੜ ਤੋਂ ਮੰਜ਼ਲ ਵੱਲ ਨੂੰ ਜਾਂਦੇ, ਉਹ ਪੈਂਡਾ ਜਿਹੜਾ ਦੂਸਰਿਆਂ ਲਈ ਆਪਾ ਫਨਾ ਕਰਦੇ। ਹੱਕ ਸੱਚ ਦਾ ਰਸਤਾ, ਤਿਆਗ ਦਾ ਰਸਤਾ, ਨਿਜ ਨੂੰ ਜਿੱਤਣ ਦਾ ਰਸਤਾ, ਸਵੈਮਾਨ ਅਤੇ ਗੈਰਤ ਦਾ ਰਸਤਾ, ਸਫ਼ਰ ਸ਼ਹਾਦਤ। मूल रूप विच इस सफ़र की आरंभता उस दिन हो गई सी जिस दिन गुरु नानक सच्चे पातशाह ने परंपरागत कर्म कांडा तो लोकाई नूं जागरूक करन दे लई पहली सद लगाई। सच्चे धर्म चिन्ह की परिभाषा सुन के मुद्दतां दे कर्म कांडी तरा तरा कर उठे। ये सफ़रे शहादत दीआं पौड़ियां ही सन जिस दिन बाबर नूं जाबर होण दा सच सुनाया सी। असल विच ये सफ़र मारिया सिक्का जगत विच नानक निर्मल पंथ चलाया तो आरंभ हो के एक दिन खालसा पंथ दा रूप धारण करता है, जिस दी न्यारी ते अडरी होंद लई बेशुमार कुर्बानियां होईयां। ये मरजीवड़ियां राहीं दे लहू भिजे लमेरे सफ़र विचों ਅਸੀਂ ਜ਼ਿਕਰ ਕਰ ਰਹੇ ਹਾਂ ਕੇਵਲ ਪੋਹ ਦੀਆਂ 7 ਰਾਤਾਂ ਦੇ ਪੈਂਡੇ ਦਾ। 6 ਪੋਹ 1704 ਤੋਂ ਲੈ ਕੇ 13 ਪੋਹ 1704 ਤੱਕ, ਜਿਸ ਨੂੰ ਬਿਆਨ ਕਰਨਾ ਤੇ ਦੂਰ ਦੀ ਗੱਲ ਹੈ, ਬਲਕਿ ਇਸ ਬਾਰੇ ਸੋਚਦਿਆਂ ਵੀ ਮਨੁੱਖੀ ਰੂਹ ਅੰਦਰ ਤੱਕ ਚਰਨਾਹਟ ਛਿੜ ਜਾਂਦੀ ਹੈ। ਸੋ ਗੱਲ ਕਰਾਂਗੇ ਕਿ ਹਰ ਕਿਸੇ ਦੀ ਨਿਗਾਹ ਅਨੰਦਪੁਰ ਦੇ ਰੂਹਾਨੀ ਨਜ਼ਾਰਿਆਂ ਨੂੰ ਤੱਕਦੀ ਹੈ। ਮਨੁੱਖੀ ਆਤਮਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਰੰਗ ਵਿੱਚ ਸ਼ਰਸਾਰ ਹੋੜਦੀ ਹੈ। ਕੁੱਲ ਮਨੁੱਖਤਾ ਨੂੰ ਵਿਤਕਰਿਆਂ ਤੇ ਵੰਡੀਆਂ ਵਿੱਚੋਂ ਕੱਢ ਕੇ ਬਰਾਬਰਤਾ ਦੇ ਅਧਿਕਾਰ ਦਿੰਦਾ, ਨੀਚੋ ਊਚ ਕਰਦਾ, ਮੁਰਦਿਆਂ ਨੂੰ ਜੀਵਨ ਦਿੰਦਾ, ਸਭ ਨੂੰ ਜਿਉਣ ਦੇ ਹੱਕ ਦਿੰਦਾ। ਆਨੇ ਬਹਾਨੇ ਆਨੰਦ ਦੇ ਸੋਮੇ ਨੂੰ ਸਦੀਵੀ ਬੰਦ ਕਰਨ ਦੇ ਲਈ ਯਤਨਸ਼ੀਲ ਕੁਝ ਪਹਾੜੀ ਰਾਜੇ, ਉਹਨਾਂ ਦੇ ਨਾਲ ਦਿੱਲੀ ਦੇ ਮੁਗਲ ਸ਼ਾਸਕ ਔਰੰਗਜ਼ੇਬ ਦੀਆਂ ਫੌਜਾਂ, ਵਜੀਦ ਖਾਂ ਸੂਬਾ ਸਰਹੰਦ ਦੀ ਅਗਵਾਈ ਵਿੱਚ ਇੱਕ ਲਮੇਰੀ ਜੰਗ ਸੀ। ਦਿੱਲੀ ਦੀ ਬਹੁਗਿਣਤੀ ਫੌਜ ਦੇ ਸਰਹੰਦੀਆਂ ਫੌਜਾਂ, ਉਸ ਦੇ ਨਾਲ ਸੂਬਾ ਜ਼ਬਰਦਸਤ ਖਾਂ ਲਾਹੌਰ ਦੀਆਂ ਫੌਜਾਂ, ਸ਼ੇਰ ਅਫਗਾਨ ਗਵਰਨਰ ਤੇ 22 ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਤੋਂ ਇਲਾਵਾ ਪਹਾੜੀ ਖੇਤਰ ਦੇ ਲੁਟੇਰੇ, ਜਿਨ੍ਹਾਂ ਨੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ। 8 ਮਹੀਨੇ ਤੱਕ ਅਨੰਦਪੁਰ ਸਾਹਿਬ ਦੀ ਬਾਹਰਲੀ ਦੀਵਾਰ ਤੱਕ ਨੂੰ ਨਾ ਛੂ ਸਕੇ। ਗੁਰੂ ਸਾਹਿਬ ਜੀ ਦੇ ਤੀਰਾਂ ਦੀ ਤਾਬ ਝੱਲਣ ਦੀ ਸਮਰੱਥਾ ਉਹ ਨਾ ਜੁਟਾ ਸਕੇ। ਉੜਕ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਵਰਤਣ ਦਾ ਯਤਨ ਕੀਤਾ, ਪਰੰਤੂ ਭੀਖਣ ਸ਼ਾਹ ਦੀ ਅਕੀਦਤ ਵਿੱਚ ਵਸਦੇ ਖੁਦਾਈ ਨੂਰ ਅਤੇ ਪੰਡਿਤ ਸ਼ਿਵਦੱਤ ਦੀ ਸ਼ਰਧਾ ਵਿੱਚ ਵਸਦੇ ਸਾਖਸ਼ਾਤ ਭਗਵਾਨ ਨੂੰ ਦੁਨੀਆ ਦੀ ਕੋਈ ਚਤੁਰਾਈ ਭਲਾ ਕਿਵੇਂ ਛਲ ਸਕਦੀ ਹੈ। ਅਚਲ ਅਛੇਦ ਅਪਾਰ ਪ੍ਰਭ ਊਚਾ ਜਾਂ ਕਾ ਰੂਪ, ਅੰਤ ਨੂੰ ਧਰਮ ਚਲਾਵਣ ਸੰਤ ਉਬਾਰਨ ਹਾਰੇ ਦਸ਼ਮੇਸ਼ ਜੀ ਪਾਸ ਕਪਟੀ ਹਾਕਮਾਂ ਵੱਲੋਂ ਧਰਮ ਅਤੇ ਧਰਮ ਚਿੰਨ੍ਹਾਂ ਦਾ ਵਾਸਤਾ ਪਾ ਕੇ ਧਰਮ ਦੇ ਮਖੌਟੇ ਵਿੱਚ ਜਿਉਣ ਵਾਲੇ ਪੁਰੋਹਿਤ ਨੂੰ ਆਟੇ ਦੀ ਗਊ, ਸ਼ਾਲਗ੍ਰਾਮ ਪੱਖ ਆਦਿ ਅਤੇ ਭੇਖੀ ਕਾਜ਼ੀ ਨੂੰ ਕੁਰਾਨ ਮਜੀਦ ਦੀ ਜਿਲਦ ਉੱਤੇ ਔਰੰਗਜ਼ੇਬ ਦੀ ਲਿਖਤ ਅਤੇ ਦਸਤਖਤ ਸਹਿਤ ਧਰਮ ਦਾ ਵਾਸਤਾ ਪਾਉਣ ਲਈ ਭੇਜਿਆ ਗਿਆ। ਇਹਨਾਂ ਧਾਰਮਿਕ ਚਿੰਨ੍ਹਾਂ ਦਾ ਵਾਸਤਾ ਪਾ ਕੇ ਅਖੌਤੀ ਧਰਮੀਆਂ ਨੇ ਗੁਰੂ ਸਾਹਿਬ ਅੱਗੇ ਅਰਜ਼ ਕੀਤੀ ਕਿ ਸਾਡੀ ਲਾਜ ਰੱਖਣ ਲਈ ਇੱਕ ਵਾਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਗੁਰੂ ਸਾਹਿਬ ਨੇ ਆਪਣੇ ਪਿਤਾ ਦੀ ਕੁਰਬਾਨੀ ਜੋ ਉਹਨਾਂ ਨੇ ਧਰਮ ਦੀ ਰਾਖੀ ਦੇ ਲਈ ਦਿੱਤੀ ਸੀ, ਉਸ ਦੀ ਇੱਕ ਵੱਡੀ ਕੀਮਤ ਚੁਕਾਈ ਸੀ। ਉਹ ਸਤਿਗੁਰ ਜੀ ਅੱਜ ਕਿਵੇਂ ਕਿਸੇ ਧਰਮ ਦੇ ਚਿੰਨ੍ਹ ਨੂੰ ਨਕਾਰ ਸਕਦੇ ਸਨ। ਲੋਕਾਈ ਨੂੰ ਸੈਕੂਲਰ ਸੋਚ ਦੇ ਅਰਥ ਸਮਝਾਉਂਦੇ ਸਤਿਗੁਰ ਜੀ ਨੇ ਇਹਨਾਂ ਧਰਮ ਚਿੰਨ੍ਹਾਂ ਨੂੰ ਨਕਾਰਿਆ ਨਹੀਂ, ਬਲਕਿ ਸਤਕਾਰਿਆ ਤੇ ਧਰਮ ਦਾ ਪਾਇਆ ਹੋਇਆ ਵਾਸਤਾ ਕਬੂਲ ਕੀਤਾ। 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਪਰਿਵਾਰ ਦੇ ਕਾਫਲੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਣਕਿਆਸੀ ਮੰਜ਼ਲ ਵੱਲ ਤੁਰ ਪਏ। ਬਦਨੀਅਤ ਹਾਕਮਾਂ ਦੀ ਖੋੜ ਤੋਂ ਜਾਣੂ ਸਤਿਗੁਰ ਜੀ ਨੇ ਕਾਫਲੇ ਨੂੰ ਮੂਹਰਲੀ ਕਤਾਰ ਵਿੱਚ ਰੱਖਿਆ ਔਰ ਪਿਛਲੀ ਬਾਹੀ ਤੋਂ ਜਾਬਾਜ਼ ਯੋਧਿਆਂ ਦੇ ਸਖਤ ਪਹਿਰਿਆਂ ਹੇਠ ਪੂਰੀ ਤਰ੍ਹਾਂ ਮਜ਼ਬੂਤ ਕੀਤਾ। ਧਰਮ ਤੋਂ ਕੋਰੇ ਤੇ ਜ਼ਬਾਨ ਦੇ ਕੱਚੇ ਹਾਕਮਾਂ ਨੇ ਸ਼ਾਹੀ ਟਿੱਬੀ ਤੇ ਗੁਰੂ ਸਾਹਿਬ ਦੇ ਕਾਫਲੇ ਉੱਪਰ ਪਿੱਛੋਂ ਹਮਲਾ ਕੀਤਾ। ਜੰਗੀ ਨੁਕਤੇ ਦੇ ਮਾਹਰ ਸਿੰਘ ਗੁਰੂ ਸਾਹਿਬ ਦੀ ਅਗਵਾਈ ਮਨੁੱਖੀ ਸਰੀਰਾਂ ਦੀ ਮੋਰਚਾਬੰਦੀ ਕਰਕੇ ਲੜਦੇ ਸਫ਼ਰੇ ਸ਼ਹਾਦਤ ਤੇ ਅੱਗੇ ਵੱਲ ਵਧਦੇ ਜਾ ਰਹੇ ਸਨ। ਸਿਰਸਾ ਦੇ ਤੱਟ ਤੇ ਸਤਿਗੁਰੂ ਜੀ ਨੇ 7 ਪੋਹ ਦਾ ਅੰਮ੍ਰਿਤ ਵੇਲਾ ਬਾਣੀ ਦੇ ਸਰੂਰ ਤੇ ਕੀਰਤਨ ਦੇ ਰਸ ਵਿੱਚ ਗੁਜ਼ਾਰਿਆ। रूहानी तरोताजगी नाल इस सफ़र के मुसाफिरां ने 7 पौह दी प्रभात नूं चढ़ी हुई सरसा नदी नूं पार किया।
ਪਿੱਛੇ ਦੁਸ਼ਮਣ ਦਾ ਭਾਰੀ ਬਲ ਸੀ, ਸਾਹਮਣੇ ਸਿਰਸਾ ਦਾ ਹੜ ਅਤੇ ਮੂਹਰੇ ਖੜੇ ਜਿਹੜੇ 8 ਮਹੀਨਿਆਂ ਤੋਂ ਭੁੱਖ ਅਤੇ ਦੁੱਖ ਤਕਲੀਫ ਨਾਲ ਜੂਝਦੇ ਗੁਰੂ ਦੇ ਸਚਿਆਰੇ ਸਿੱਖ ਮੁਸੀਬਤਾਂ ਨੂੰ ਚੀਰਦੇ ਹੋਏ ਅੱਗੇ ਵਧਦੇ ਰਹੇ। 5 ਪਿਆਰਿਆਂ 4 ਸਾਹਿਬਜ਼ਾਦਿਆਂ ਵਿੱਚੋਂ ਵੱਡੇ ਬਾਬਾ ਜੀ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ 35 ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚ ਗਏ। 7 ਪੋਹ ਦੀ ਰਾਤ ਇਸ ਗੜੀ ਨੂੰ 10 ਲੱਖ ਫੌਜਾਂ ਨੇ ਘੇਰਾ ਪਾ ਲਿਆ। 8 ਪੋਹ ਦੇ ਸੂਰਜ ਨੇ 3 ਪਿਆਰੇ ਉਹਨਾਂ ਦੇ ਨਾਲ ਦੋਨੋਂ ਵੱਡੇ ਸਾਹਿਬਜ਼ਾਦਿਆਂ ਸਮੇਤ ਕਾਫਲੇ ਦੇ 35 ਸਿੰਘਾਂ ਨੂੰ ਸ਼ਹਾਦਤ ਦੇ ਮਰਤਬੇ ਵਾਲੀ ਮੰਜ਼ਿਲ ਮਕਸੂਦ ਤੇ ਅਪੜਦਿਆਂ ਤੱਕ ਰਾਹ ਹਕੀਕਤ ਦੇ ਇਹਨਾਂ ਰਾਹੀਆਂ ਦੇ ਜਿਸਮ ਦੇ ਟੁਕੜਿਆਂ ਦਾ ਜਲਾਲ ਨਾ ਝੱਲਿਆ। ਦਿਨ ਦੇ ਰਾਜੇ ਨੇ ਆਪਣਾ ਮੂੰਹ ਹਨੇਰੇ ਦੀ ਆਗੋਸ਼ ਵਿੱਚ ਛੁਪਾ ਲਿਆ। 8 ਤੇ 9 ਪੋਹ ਦੀ ਕਾਲੇ ਹਨੇਰੇ ਅੰਦਰ ਗੁਰਮਤ ਦੇ ਚਾਨਣ ਭਰੇ ਫੈਸਲੇ ਲਏ ਗਏ। ਮੁਸਾਫਰਾਂ ਦੇ ਕਾਫਲੇ ਵਿੱਚ ਬਚੇ 5 ਸਿੰਘਾਂ ਨੇ ਗੁਰੂ ਦੇ ਬਖਸ਼ੇ ਅਧਿਕਾਰਾਂ ਨੂੰ ਵਰਤਦਿਆਂ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਤੋਂ ਸੁਰੱਖਿਅਤ ਨਿਕਲਣ ਦੇ ਲਈ ਕਿਹਾ। ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਸਾਹਿਬ ਰੁਖਸਤ ਹੁੰਦੇ ਨੇ। 9 ਪੋਹ ਨੂੰ ਮਾਛੀਵਾੜੇ ਪਹੁੰਚਦੇ ਨੇ। 10 ਲੱਖ ਦੀ ਗਿਣਤੀ ਵਾਲੀ ਫੌਜ ਘੇਰਾ ਕੱਤੀ ਬੈਠੀਆਂ ਮੁਗਲ ਫੌਜਾਂ ਜਿਹੜੀਆਂ ਸਨ ਹੱਥ ਮਲਦੀਆਂ ਰਹਿ ਗਈਆਂ। ਸਫਰੇ ਸ਼ਹਾਦਤ ਦੇ ਪਾਂਦੀ ਮਾਂ ਗੁਜਰੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਾਡੇ ਸਫ਼ਰ ਲਈ ਮਾਰਗਦਰਸ਼ਕ ਬਣ ਕੇ 7 ਪੋਹ ਦੀ ਰਾਤ ਸਰਸਾ ਤੇ ਸਤਲੁਜ ਦੇ ਸੰਗਮ ਤੇ ਬੇੜੀ ਦੇ ਮਲਾਹ ਕੁੰਮਾ ਮਾਸ਼ਕੀ ਦੀ ਕੱਖਾਂ ਦੀ ਛੰਨ ਵਿੱਚ ਜਾ ਪਹੁੰਚੇ। 8 ਪੋਹ ਦੀ ਪ੍ਰਭਾਤ ਨੂੰ ਪੱਤਣ ਤੇ ਮਿਲਿਆ ਗੰਗੂ ਗੁਰੂ ਲਾਲਾ ਤੇ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਇਨਾਮ ਦੇ ਲਾਲਚ ਵਿੱਚ ਮਰਿੰਡੇ ਦੇ ਕੋਤਵਾਲ ਜਾਨੀ ਖਾਂ ਮਾਨੀ ਖਾਂ ਨੂੰ ਬੁਲਾ ਕੇ ਗ੍ਰਿਫਤਾਰ ਕਰਾ ਦਿੱਤਾ ਔਰ ਦੱਸਿਆ ਜਾ ਰਿਹਾ ਕਿ ਕੈਦੀ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਪਹੁੰਚਾਇਆ, ਜੋ ਸਿੱਖਾਂ ਵਾਲੀ ਕੋਠੜੀ ਬੰਧਨ ਵਿੱਚ ਪਏ ਸੋਚ ਦੀ ਆਜ਼ਾਦੀ ਦੇ ਆਲਮ ਬਰਦਾਰਾਂ ਦਾ ਸੁਨੇਹਾ ਅੱਜ ਵੀ ਦੇ ਰਹੀ ਹੈ। ਸੋ ਧਰਮ ਦੇ ਪਾਂਧੀਆਂ ਦਾ ਸਫਰੇ ਸ਼ਹਾਦਤ ਦੇ ਪੰਧ ਵੱਲ ਜਾਰੀ ਰਿਹਾ। 9 ਪੋਹ ਦੀ ਰਾਤ ਇਸ ਕਾਲ ਕੋਠੜੀ ਵਿੱਚ ਗੁਜ਼ਾਰਨ ਤੋਂ ਬਾਅਦ ਇਹਨਾਂ ਅਚਰਜ ਮੰਜ਼ਲ ਦੇ ਅਚਰਜ ਰਾਹੀਆਂ ਨੂੰ ਸਿੱਤਮ ਦੀ ਨਗਰੀ ਸਰਹੰਦ ਵੱਲ ਤੋਰਿਆ ਗਿਆ। 10 ਪੋਹ ਦੀ ਰਾਤ ਨੂੰ ਸਰਹੰਦ ਦੀ ਨਦੀ ਹਮਲਾ ਦੇ ਕਿਨਾਰੇ 140 ਫੁੱਟ ਉੱਚੇ ਬੁਰਜ ਵਿੱਚ ਕੈਦ ਕੀਤਾ ਗਿਆ। ਬਿਨਾਂ ਕੁਝ ਖਾਣ ਪੀਣ ਸੀਤ ਰਾਤ ਉੱਚੇ ਮੀਨਾਰ ਵਿੱਚ ਕੈਦ ਰੱਖਣਾ ਜ਼ੁਲਮੋ ਸਿਤਮ ਦਾ ਹੀ ਇੱਕ ਤਰੀਕਾ ਸੀ। 11 ਪੋਹ ਨੂੰ ਸੂਬਾ ਸਰਹੰਦੀ ਚੰਡਾਲ ਸਭਾ ਵਿੱਚ ਮਾਤਾ ਜੀ ਤੋਂ ਜੁਦਾ ਕਰਕੇ ਪਹਿਲੀ ਵਾਰ ਪੇਸ਼ ਕੀਤਾ ਗਿਆ। ਪਹਿਲੇ ਦਿਨ ਗੁਰੂ ਲਾਲਾ ਨੂੰ ਪਿਆਰ ਨਾਲ ਪਲੋਸ ਕੇ ਵਰਗਲਾਉਣ ਦਾ ਯਤਨ ਕੀਤਾ, ਪਰ ਧਰਮ ਦੇ ਪਾਂਧੀਆਂ ਨੂੰ ਕੌਣ ਭਰਮ ਭੁਲਾ ਸਕਦਾ ਹੈ। ਅਗੇਰਲੀ ਰਾਤ 12 ਪੋਹ ਦੀ ਦੂਜੀ ਪੇਸ਼ੀ ਲਈ ਲਿਆਂਦਾ ਗਿਆ। ਅੱਜ ਸਖਤੀ ਨਾਲ ਕੰਮ ਲਿਆ ਗਿਆ ਅਤੇ ਵੱਲ ਛਲ ਵੀ ਵਰਤੇ ਗਏ, ਪਰੰਤੂ ਸਿੱਖੀ ਜੋਸ਼ ਤੇ ਹੋਸ਼ ਵਿੱਚ ਸੰਪੰਨ ਗੁਰੂ ਜੀ ਦੇ ਸਪੂਤ ਆਪਣੀ ਮੰਜ਼ਲ ਦੀ ਹਰ ਰੁਕਾਵਟ ਦੂਰ ਕਰਦੇ ਗਏ। ਓੜਕ 3 ਰਾਤਾਂ ਮਾਂ ਗੁਜਰੀ ਦੇ ਮਮਤਾ ਦੇ ਨਿੱਘ ਬਾਣੀ ਦੀਆਂ ਲੋਰੀਆਂ ਤੇ ਸਿੱਖੀ ਦੇ ਰੰਗ ਵਿੱਚ ਗੁਜ਼ਾਰਨ ਤੋਂ ਬਾਅਦ 13 ਪੋਹ ਨੂੰ ਸਮੁੱਚੇ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਮਾਂ ਜੀਤੋ ਦੇ ਲਾਡਲੇ ਆਖਰੀ ਇਮਤਿਹਾਨ ਲਈ ਤੁਰ ਪਏ। ਰੋਜ਼ ਦੀ ਤਰ੍ਹਾਂ ਗੁਰੂ ਸਪੂਤਾਂ ਨੇ ਜ਼ਾਲਮਾਂ ਦੀ ਸਭਾ ਵਿੱਚ ਗੱਜ ਕੇ ਫਤਿਹ ਬੁਲਾਈ। ਲਾੜੀ ਮੌਤ ਵਿਆਉਣ ਦੇ ਲਈ ਤਿਆਰ ਹੋ ਗਏ। ਫਤਵੇ ਅਨੁਸਾਰ ਕੰਧ ਉਸਰਨੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਵੇਖਿਆ ਗਿਆ ਕਿ ਹੌਲੀ ਹੌਲੀ ਇਹਨਾਂ ਜਜ਼ਬੇ ਨਾਲ ਭਰੇ ਸਾਹਿਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ। ਭਿਆਨਕ ਦੁੱਖਾਂ ਵਾਲੀ ਇਹ ਜਿਹੜੀ ਮੌਤ ਜਾਂ ਸੰਸਾਰ ਦੇ ਸਭ ਸੁੱਖਾਂ ਵਾਲੀ ਜ਼ਿੰਦਗੀ ਚੁਣਨ ਦੇ ਵਿੱਚੋਂ ਉਹਨਾਂ ਨੇ ਅਣਖ ਦੇ ਨਾਲ ਜਿਹੜੀ ਮੌਤ ਹੈ ਉਸ ਨੂੰ ਕਬੂਲ ਕੀਤਾ। ਗੁਰੂ ਦੇ ਫਰਜ਼ੰਦਾਂ ਉਹੀ ਜਵਾਬ ਦੁਹਰਾਇਆ ਕਿ ਬੇਗੈਰਤ ਹੋ ਕੇ ਅਤੇ ਪੱਤ ਗਵਾ ਕੇ ਜਿਉਣ ਨਾਲੋਂ ਅਣਖ ਦੀ ਮੌਤ ਕਿਤੇ ਬਿਹਤਰ ਹੈ। ਸਮਾਣੇ ਦੇ ਵਾਸੀ ਜਲਾਲ ਸ਼ਾਸਲ ਬੇਗ ਬਾਸ਼ਲ ਬੇਗ ਦੇ ਜ਼ਾਲਮਾਂ ਹੱਥਾਂ ਦੀ ਇਹ ਹਰਕਤ ਹੋਈ। ਬਾਅਦ ਪਿਆਰੇ ਸਾਹਿਬਜ਼ਾਦਿਆਂ ਦੇ ਸਰੀਰ ਠੰਡੇ ਹੋ ਗਏ ਅਤੇ ਜੋਤ ਰੱਬੀ ਜੋਤ ਵਿੱਚ ਰਲ ਗਈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਨੰਨੇ ਨੰਨੇ ਕਦਮਾਂ ਨਾਲ ਵੱਡੀਆਂ ਪੁਲਾਂਘਾਂ ਪੁੱਟਦਿਆਂ ਗੁਰੂ ਦੇ ਪਿਆਰੇ ਸਾਹਿਬਜ਼ਾਦੇ ਸਾਨੂੰ ਜ਼ਿੰਦਗੀ ਰਸਤਾ ਸਮਝਾ ਕੇ ਸਦੀਵੀ ਅਟਲ ਸੱਚ ਵਿੱਚ ਸਮਾ ਗਏ। ਜ਼ੁਲਮੋ ਸਿਤਮ ਤਨ ਤੇ ਹੰਡਾਉਂਦਿਆਂ ਠੰਡੇ ਬੁਰਜ ਵਿੱਚ ਮਾਂ ਗੁਜਰੀ ਜੀ ਦੇ ਸਿਰ ਤੇ ਸਾਈਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਚਰਨਾਂ ਵਿੱਚ ਮੁਕਾਮ ਪਾ ਗਏ।
पर साडे लई सदीवी रस्ता रोशन करके पंथ नूं जिंदगी दा मकसद समझा गए, जिस रस्ते ते चलदियां केवल 5 कुछ वरियां दे वक्फे विच ही अजिहे सितमा दी नगरी विच वजीदे पापी नूं सोध के सुच्चा नंद जिहां नूं करनी दा फल भुगता जुल्मी राज दियां जड़ां पुट के फतेह दे डंके बजा फतेहगढ़ साहिब स्थापित करके खालसा राज दा मुढ़ बन दिता ते लुकाई जिंदगी सुकून पाउण लगी। ये सफरे शहादत कदी पुराना नहीं होना, ये अज भी सदा ही साडे लई केवल रस्ता ही नहीं सगों एक जज्बा है, एक शक्ति है अते रूहानी खुराक है जो सानू सदा बलवान करती रहेगी। ब्यूरो रिपोर्ट, लुधियाना टाइम्स।